ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮੋਟੀਵੇਟਡ ਐਵਰੀਡੇ ਦੇ ਵਿੱਚ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਗੁਰੂ ਜੀ ਨੇ ਤੀਰਥ ਪਵਿੱਤਰ ਕਰਨਾ। ਸ਼੍ਰੀ ਰਾਮਦਾਸ ਜੀ ਅਕਬਰ ਦੀ ਕਚਹਿਰੀ ਵਿੱਚੋਂ ਪ੍ਰਸੰਨਤਾ ਸਹਿਤ ਆਪਣੇ ਘਰ ਚੂਨੇ ਮੰਡੀ ਆ ਗਏ। ਦੂਜੇ ਦਿਨ ਜਦ ਆਪ ਜੀ ਬਾਜ਼ਾਰ ਗਏ ਤਾਂ ਇੱਕ ਬਹੁਤ ਮੁੱਲ ਦਾ ਸੁੰਦਰ ਕੱਪੜਾ ਇੱਕ ਦੁਕਾਨ ਤੇ ਵੇਖ ਕੇ ਮਨ ਵਿੱਚ ਹੀ ਪ੍ਰੇਮ ਨਾਲ ਕਹਿਣ ਲੱਗੇ ਕਿ ਇਸ ਕੱਪੜੇ ਦਾ ਗੁਰੂ ਜੀ ਵਾਸਤੇ ਜਾਮਾ ਬਹੁਤ ਚੰਗਾ ਬਣੇਗਾ, ਅਤੇ ਫਿਰ ਮਨ ਵਿੱਚ ਹੀ ਉਸ ਨੂੰ ਸਿਉਂ ਕੇ ਗੁਰੂ ਜੀ ਦੇ ਗਲ ਪਾਇਆ ਵੇਖ ਕੇ ਬੜੇ ਪ੍ਰਸੰਨ ਹੁੰਦੇ ਰਹੇ। ਉਧਰ ਸ੍ਰੀ ਗੁਰੂ ਅਮਰਦਾਸ ਜੀ ਗੋਇੰਦਵਾਲ ਵਿੱਚ ਬੈਠੇ ਹੀ ਆਪ ਜੀ ਦੇ ਪ੍ਰੇਮ ਨੂੰ ਜਾਣ ਕੇ ਕਰਕੇ ਆਪ ਦੇ ਸਰੀਰ ਨੂੰ ਇਸ ਤਰ੍ਹਾਂ ਹਿਲਾਉਣ ਲੱਗੇ ਜਿਵੇਂ ਕੱਪੜਾ ਪਹਿਨ ਰਹੇ ਹੋਣ। ਬਲੂ ਨੇ ਪੁੱਛਿਆ, ਮਹਾਰਾਜ ਆਪ ਇਸ ਤਰ੍ਹਾਂ ਅੰਗ ਕਿਉਂ ਹਿਲਾਉਂਦੇ ਹੋ? ਗੁਰੂ ਜੀ ਨੇ ਕਿਹਾ, ਭਾਈ ਸਾਨੂੰ ਸ਼੍ਰੀ ਰਾਮਦਾਸ ਜੀ ਲਾਹੌਰ ਦੇ ਬਾਜ਼ਾਰ ਵਿੱਚ ਖੜਾ ਚੋਗਾ ਪਹਿਨਾ ਰਿਹਾ ਹੈ। ਅਸੀਂ ਉਸਦਾ ਪ੍ਰੇਮ ਵੇਖ ਕੇ ਉਹ ਚੋਗਾ ਪਹਿਨ ਰਹੇ ਹਾਂ। ਇਹ ਬਚਨ ਸੁਣ ਕੇ ਸਭ ਨੇ ਆਪ ਜੀ ਨੂੰ ਸ਼ੀਸ਼ ਨਿਵਾ ਕੇ ਧੰਨ ਧੰਨ ਆਖਿਆ ਕਿ ਆਪ ਸਿੱਖਾਂ ਦੇ ਪ੍ਰੇਮ ਨੂੰ ਇਸ ਤਰ੍ਹਾਂ ਸਤਿਕਾਰਦੇ ਹੋ। ਸ਼੍ਰੀ ਰਾਮਦਾਸ ਜੀ ਉੱਥੋਂ ਚੱਲ ਕੇ ਅੱਗੇ ਚੌਂਕ ਵਿੱਚ ਆਏ ਤਾਂ ਉੱਥੇ ਆਪ ਜੀ ਨੇ ਬੇਰ ਉੱਤੇ ਅੰਬ ਵਿਕਦੇ ਵੇਖੇ। ਆਪ ਜੀ ਇਹ ਵਿਚਾਰ ਕਰਕੇ ਕਿ ਇਹ ਲਾਹੌਰ ਦੀ ਸੁਗਾਤ ਗੁਰੂ ਸਾਹਿਬ ਜੀ ਨੂੰ ਭੇਟਾ ਕਰਨ ਯੋਗ ਹੈ, ਇਹ ਸੁੰਦਰ ਅੰਬ 1 ਰੁਪਏ ਤੋਂ ਗੁਰੂ ਜੀ ਵਾਸਤੇ ਮੁੱਲ ਲੈ ਲਿਆ ਅਤੇ ਗੋਇੰਦਵਾਲ ਨੂੰ ਤੁਰ ਪਏ। ਪ੍ਰੇਮ ਦੀ ਖਿੱਚ ਨਾਲ ਆਪ ਜੀ ਸਾਰਾ ਦਿਨ ਤੁਰੇ ਗਏ। ਰਸਤੇ ਵਿੱਚ ਰਾਤ ਇੱਕ ਪਿੰਡ ਠਹਿਰੇ। ਸਵੇਰੇ ਉੱਠ ਕੇ ਫਿਰ ਕਾਹਲੀ ਕਾਹਲੀ ਤੁਰਦੇ ਜਦ ਭੈਰੋਵਾਲ ਪਹੁੰਚ ਗਏ ਤਾਂ ਆਪ ਜੀ ਨੇ ਵੇਖਿਆ ਕਿ ਗਰਮੀ ਦੇ ਕਾਰਨ ਅੰਬ ਫੁੱਟ ਗਿਆ ਹੈ ਅਤੇ ਉਸ ਦਾ ਰਸ ਨਿਕਲ ਰਿਹਾ ਹੈ। ਇਹ ਹੁਣ ਗੁਰੂ ਤੱਕ ਨਹੀਂ ਪਹੁੰਚ ਸਕਦਾ। ਤਦ ਆਪ ਜੀ ਨੇ ਗੁਰੂ ਜੀ ਦਾ ਧਿਆਨ ਧਰ ਕੇ ਆਖਿਆ, ਹੇ ਮਹਾਰਾਜ, ਇਹ ਅੰਬ ਆਪ ਜੀ ਦੇ ਅਰਪਣ ਹੈ। ਇਸ ਦਾ ਗਰਮੀ ਦੇ ਕਾਰਨ ਰਸਾ ਚੋਂਦਾ ਜਾਂਦਾ ਹੈ। ਆਪ ਕਿਰਪਾ ਕਰਕੇ ਇਸ ਨੂੰ ਅੰਗੀਕਾਰ ਕਰਕੇ ਮੇਰੀ ਸ਼ਰਧਾ ਪੂਰੀ ਕਰੋ। ਇਸ ਤਰ੍ਹਾਂ ਬੇਨਤੀ ਕਰਕੇ ਆਪ ਜੀ ਨੇ ਅੰਬ ਚੂਪ ਲਿਆ। ਉਧਰ ਇਸ ਸਮੇਂ ਸ੍ਰੀ ਗੁਰੂ ਅਮਰਦਾਸ ਜੀ ਬੜੇ ਪ੍ਰੇਮ ਅਤੇ ਸਵਾਦ ਨਾਲ ਅੰਬ ਚੂਪ ਰਹੇ ਸਨ। ਫਿਰ ਗੁਰੂ ਜੀ ਨੇ ਅੰਬ ਦੀ ਗੁਠਲੀ ਮੂੰਹ ਵਿੱਚੋਂ ਕੱਢ ਕੇ ਬਲੂ ਨੂੰ ਕਿਹਾ ਕਿ ਇਸ ਨੂੰ ਤਾਕੀ ਵਿੱਚ ਰੱਖ ਲਏ। ਜਦ ਸ੍ਰੀ ਰਾਮਦਾਸ ਜੀ ਕੁਝ ਸਮੇਂ ਉਪਰੰਤ ਪਹੁੰਚ ਗਏ ਤਾਂ ਗੁਰੂ ਜੀ ਨੇ ਕਿਹਾ, ਰਾਮਦਾਸ ਜੀ, ਤੁਸਾਂ ਸਾਨੂੰ ਬੜਾ ਸੁੰਦਰ ਚੋਲਾ ਪਹਿਨਾਇਆ ਹੈ ਅਤੇ ਮਿੱਠਾ ਅੰਬ ਚੁਪਾਇਆ ਹੈ। ਤਦ ਸ੍ਰੀ ਰਾਮਦਾਸ ਜੀ ਨੇ ਕਿਹਾ, ਮਹਾਰਾਜ ਆਪ ਦਾਸਾਂ ਨੂੰ ਨਿਵਾਜਣ ਵਾਲੇ ਹੋ ਅਤੇ ਆਪਣੀ ਮਹਿਮਾ ਆਪ ਹੀ ਜਾਣਦੇ ਹੋ। ਉਪਰੰਤ ਆਪ ਜੀ ਨੇ ਜਦ ਅਕਬਰ ਦੀ ਕਚਹਿਰੀ ਵਿੱਚ ਹੋਈ ਸਾਰੀ ਵਾਰਤਾ ਗੁਰੂ ਜੀ ਨੂੰ ਸੁਣਾਈ ਤਾਂ ਗੁਰੂ ਜੀ ਬਹੁਤ ਪ੍ਰਸੰਨ ਹੋਏ। ਸ਼ਾਂਤੀ ਦੇ ਪੁੰਜ ਸਤਿਗੁਰੂ ਅਮਰਦਾਸ ਜੀ, ਜਿਨ੍ਹਾਂ ਦੇ ਦਰਸ਼ਨ ਹੀ ਤੀਰਥ ਹਨ, ਉਹਨਾਂ ਨੇ ਪ੍ਰਿਥਵੀ ਦੇ ਤੀਰਥਾਂ ਤੇ ਜਾਣ ਦੀ ਇੱਛਾ ਕੀਤੀ। ਗੰਗਾ ਆਦਿਕ ਜਿੰਨੇ ਤੀਰਥ ਹਨ, ਉਹਨਾਂ ਵਿੱਚੋਂ ਜਿਹੜੇ ਪਾਪੀ ਲੋਕ ਇਸ਼ਨਾਨ ਕਰਦੇ ਹਨ, ਉਹ ਆਪਣੇ ਅਣਗਿਣਤ ਪਾਪ ਉਹਨਾਂ ਵਿੱਚ ਛੱਡ ਜਾਂਦੇ ਹਨ। ਸਮਾਂ ਪਾ ਕੇ ਉਹਨਾਂ ਪਾਪਾਂ ਦਾ ਭਾਰ ਤੀਰਥਾਂ ਤੋਂ ਸਹਾਰਿਆ ਨਹੀਂ ਜਾਂਦਾ। ਇਸ ਵਾਸਤੇ ਉਹਨਾਂ ਨੇ ਗੁਰੂ ਜੀ ਦੀ ਆਰਾਧਨਾ ਕੀਤੀ ਕਿ ਆਣ ਕੇ ਸਾਡੇ ਵਿੱਚ ਆਪਣੇ ਪਵਿੱਤਰ ਚਰਨ ਪਾ ਕੇ ਸਾਡੇ ਦੁੱਖ ਦੂਰ ਕਰੋ। ਇਸ ਤਰ੍ਹਾਂ ਸਾਰੇ ਤੀਰਥਾਂ ਦਾ ਮਨੋਰਥ ਜਾਣ ਕਰਕੇ ਗੁਰੂ ਜੀ ਸਿੱਖ ਸੰਗਤ ਨੂੰ ਨਾਲ ਲੈ ਕੇ ਚੱਲ ਪਏ ਅਤੇ ਨਿੱਕੀਆਂ ਨਿੱਕੀਆਂ ਮੰਜ਼ਲਾਂ ਕਰਦੇ ਹੋਏ ਪਹੋਏ, ਜਿੱਥੇ ਸਰਸਵਤੀ ਨਦੀ ਵਗਦੀ ਹੈ, ਪੁੱਜ ਗਏ। ਇੱਥੇ ਸਭ ਨੇ ਇਸ਼ਨਾਨ ਕਰਕੇ ਫਿਰ ਗੁਰੂ ਜੀ ਤੋਂ ਇਸ ਤੀਰਥ ਦੀ ਮਹਿਮਾ ਪੁੱਛੀ। ਗੁਰੂ ਜੀ ਨੇ ਦੱਸਿਆ ਕਿ ਇੱਥੇ ਵਿਸ਼ਵਾਮਿੱਤਰ ਆਦਿ ਬਹੁਤ ਰਿਸ਼ੀਆਂ ਤੇ 48 ਕੋਹਾਂ ਵਿੱਚ ਬੈਠ ਕੇ ਤਪ ਕੀਤੇ ਸਨ। ਬਹੁਤ ਰਿਸ਼ੀਆਂ ਦੀ ਭੀੜ ਕਰਕੇ ਉਹਨਾਂ ਨੂੰ ਬੈਠਣ ਵਾਸਤੇ ਥਾਂ ਨਹੀਂ ਰਹੀ ਤਾਂ ਉਹਨਾਂ ਨੇ ਸਰਸਵਤੀ ਨਦੀ ਦੀ ਆਰਾਧਨਾ ਕਰਕੇ ਆਖਿਆ, ਹੇ ਦੇਵੀ, ਸਾਨੂੰ ਬੈਠਣ ਵਾਸਤੇ ਥਾਂ ਦਿਓ। ਤਦ ਸਰਸਵਤੀ 2 ਕੋਹ ਪਿੱਛੇ ਹਟ ਗਈ ਤੇ ਰਿਸ਼ੀਆਂ ਨੂੰ ਬੈਠਣ ਵਾਸਤੇ ਥਾਂ ਮਿਲ ਗਈ। ਉੱਥੇ ਬੈਠ ਕੇ ਰਿਸ਼ੀ ਤਪ ਕਰਨ ਲੱਗ ਪਏ। ਫਿਰ ਆਪ ਜੀ ਨੇ ਇੱਕ ਮੰਕਣ ਰਿਸ਼ੀ ਦੀ ਗੱਲ ਸੁਣਾਈ ਕਿ ਉੱਥੇ
ਕਿ ਉਸਨੇ ਇੱਥੋਂ ਪਿਹੋਏ ਤੋਂ 3 ਕੋਹਾਂ ਤੇ ਸਰਸਵਤੀ ਦੇ ਕਿਨਾਰੇ ਬੜਾ ਕਠਿਨ ਤਪ ਕੀਤਾ। ਇੱਕ ਦਿਨ ਉਸਦੀ ਕਿਸੇ ਤਰ੍ਹਾਂ ਇੱਕ ਉਂਗਲੀ ਨੂੰ ਚੀਰ ਆ ਗਿਆ। ਉਸ ਵਿੱਚੋਂ ਲਹੂ ਦੀ ਥਾਂ ਹਰੇ ਪੱਤੇ ਦੇ ਪਾਣੀ ਵਾਂਗ ਹਰਾ ਪਾਣੀ ਨਿਕਲਿਆ। ਇਸ ਨੂੰ ਵੇਖ ਕੇ ਮੁਨੀ ਖੁਸ਼ੀ ਨਾਲ ਨੱਚਣ ਲੱਗ ਪਿਆ। ਉਸਦੇ ਤਪ ਦੇ ਪ੍ਰਭਾਵ ਕਰਕੇ ਸਾਰੇ ਸੰਸਾਰੀ ਜੀਵ ਨੱਚਣ ਲੱਗ ਪਏ। ਤਦ ਦੇਵਤਿਆਂ ਨੇ ਸ਼ਿਵਾ ਨੂੰ ਬੇਨਤੀ ਕੀਤੀ ਕਿ ਮੰਕਣ ਨੂੰ ਨੱਚਣ ਤੋਂ ਹਟਾਓ, ਸੰਸਾਰੀ ਲੋਕ ਬੜੇ ਦੁਖੀ ਹਨ। ਸ਼ਿਵਾ ਨੇ ਆਪਣਾ ਭੇਸ਼ ਬਦਲ ਕੇ ਮੁਨੀ ਨੂੰ ਪੁੱਛਿਆ ਕਿ ਆਪ ਕਿਸ ਕਾਰਨ ਨੱਚ ਰਹੇ ਹੋ। ਮੰਕਣ ਨੇ ਕਿਹਾ, ਮੈਂ ਇੰਨਾ ਕਠਿਨ ਤਪ ਕੀਤਾ ਹੈ ਕਿ ਮੇਰੇ ਸਰੀਰ ਵਿੱਚ ਲਹੂ ਨਹੀਂ ਰਿਹਾ, ਇਸ ਖੁਸ਼ੀ ਕਰਕੇ ਮੈਂ ਨੱਚ ਰਿਹਾ ਹਾਂ। ਤਦ ਸ਼ਿਵਜੀ ਨੇ ਆਪਣੀ ਉਂਗਲੀ ਚੀਰ ਕੇ ਉਸ ਵਿੱਚੋਂ ਸਵਾਹ ਕੱਢ ਕੇ ਵਿਖਾਈ ਅਤੇ ਕਿਹਾ ਕਿ ਵੇਖ, ਤਪ ਕਰਕੇ ਮੇਰੇ ਸਰੀਰ ਵਿੱਚ ਪਾਣੀ ਵੀ ਨਹੀਂ ਰਿਹਾ, ਸਵਾਹ ਹੋ ਗਈ ਹੈ। ਮੈਨੂੰ ਫਿਰ ਵੀ ਕੋਈ ਖੁਸ਼ੀ ਨਹੀਂ ਹੋਈ ਤੇ ਤੂੰ ਪਾਣੀ ਵੇਖ ਕੇ ਹੀ ਖੁਸ਼ ਹੋ ਰਿਹਾ ਹੈ। ਇਹ ਗੱਲ ਸੁਣ ਕੇ ਮੰਕਣ ਰਿਸ਼ੀ ਨੱਚਣੋਂ ਹਟ ਕੇ ਫਿਰ ਤਪ ਕਰਨ ਲੱਗ ਪਿਆ ਤੇ ਜਗਤ ਜੀਵਾਂ ਨੂੰ ਸ਼ਾਂਤੀ ਮਿਲੀ। ਇੱਥੇ ਇਸ਼ਨਾਨ ਕਰਕੇ ਫਿਰ ਅੱਗੇ ਥਾਨੇਸਰ ਜਾ ਡੇਰਾ ਕੀਤਾ। ਫਿਰ ਗੁਰੂ ਜੀ ਨੇ ਦੱਸਿਆ ਕਿ ਕੌਰਵਾਂ ਪੰਡਵਾਂ ਦੇ ਯੁੱਧ ਸਮੇਂ ਸ਼੍ਰੀ ਕ੍ਰਿਸ਼ਨ ਜੀ ਨੇ ਅਰਜਨ ਨੂੰ ਗੀਤਾ ਦਾ ਉਪਦੇਸ਼ ਦਿੱਤਾ ਸੀ। ਇਹ ਅਸਥਾਨ ਜੋਤੀਸਰ ਤੀਰਥ ਦੇ ਨਾਲ ਨਾਲ ਪ੍ਰਸਿੱਧ ਹੈ। ਜੋਤੀਸਰ ਗੁਰੂ ਜੀ ਦਾ ਦੀਵਾਨ ਸਜ ਗਿਆ। ਲੋਕ ਹੁਮ ਹੁਮਾ ਕੇ ਦਰਸ਼ਨ ਕਰਨ ਆਏ। ਜੋਗੀ, ਸੰਨਿਆਸੀ, ਪੰਡਤ ਅਤੇ ਬੈਰਾਗੀ ਆਦਿ ਵੀ ਬਹੁਤ ਆਏ। ਕੁਝ ਹੰਕਾਰੀ ਪੰਡਤ ਤੇ ਸੰਨਿਆਸੀ ਨੇ ਗੁਰੂ ਜੀ ਤੋਂ ਪੁੱਛਿਆ ਕਿ ਗੁਰੂ ਨਾਨਕ ਜੀ ਨੇ ਜਿਹੜੀ ਬਾਣੀ ਉਚਾਰਨ ਕੀਤੀ ਹੈ ਉਸਦੇ ਕਾਰਨ ਦਾ ਸਾਨੂੰ ਪਤਾ ਨਹੀਂ ਲੱਗਾ, ਜਦੋਂ ਕਿ ਵੇਦਾਂ ਪੁਰਾਣਾਂ ਦਾ ਪੜ੍ਹਨਾ ਸੁਣਨਾ ਅੱਗੇ ਹੀ ਬਹੁਤ ਪ੍ਰਚਲਿਤ ਹੈ, ਤਾਂ ਇਸ ਦੇ ਰਚਣ ਦੇ ਕੀ ਲਾਭ ਹੈ। ਤਾਂ ਗੁਰੂ ਜੀ ਨੇ ਦੱਸਿਆ, ਧਰਤੀ ਉੱਤੇ ਜੋ ਮੀਂਹ ਪੈਂਦਾ ਹੈ ਤਾਂ ਕੀ ਅੱਗੇ ਧਰਤੀ ਵਿੱਚ ਪਾਣੀ ਨਹੀਂ ਹੁੰਦਾ, ਪਰ ਧਰਤੀ ਦਾ ਪਾਣੀ ਕਿਉਂਕਿ ਯਤਨ ਨਾਲ ਕੱਢ ਕੇ ਵਰਤਿਆ ਜਾਂਦਾ ਹੈ, ਇਸ ਕਰਕੇ ਮੀਂਹ ਦਾ ਪਾਣੀ ਹਰ ਇੱਕ ਜੀਵ ਜੰਤੂ ਨੂੰ ਸੁਖੈਨ ਪਹੁੰਚਾਉਣ ਵਾਸਤੇ ਪਰਮੇਸ਼ਵਰ ਮੀਂਹ ਪਾਉਂਦਾ ਹੈ। ਇਸ ਤਰ੍ਹਾਂ ਹੀ ਵੇਦਾਂ ਪੁਰਾਣਾਂ ਦੀ ਕਠਿਨ ਬਾਣੀ ਦੇ ਹੁੰਦਿਆਂ ਜੋ ਯਤਨ ਨਾਲ ਪ੍ਰਾਪਤ ਹੁੰਦੀ ਹੈ, ਗੁਰੂ ਜੀ ਨੇ ਆਪਣੀ ਬਾਣੀ ਮੀਂਹ ਵਾਂਗੂ ਲੋਕਾਂ ਨੂੰ ਸੁਖੈਨ ਪ੍ਰਾਪਤ ਵਾਸਤੇ ਰਚੀ ਹੈ। ਬਸ ਇਸ ਗੱਲ ਨੂੰ ਸਮਝ ਕੇ ਹੀ ਆਪਣਾ ਭਰਮ ਦੂਰ ਕਰ ਲਵੋ ਕਿ ਜੋ ਕੁਝ ਧਰਤੀ ਦਾ ਪਾਣੀ ਹੈ ਉਹੀ ਮੀਂਹ ਦਾ ਪਾਣੀ ਹੈ, ਜੋ ਅੰਤ ਨੂੰ ਉਸ ਵਿੱਚ ਹੀ ਸਮਾ ਜਾਂਦਾ ਹੈ। ਵੇਦ ਪੁਰਾਣਾਂ ਦੀ ਬਾਣੀ ਪੜ੍ਹਨ ਸੁਣਨ ਦਾ ਹਰ ਇੱਕ ਪ੍ਰਾਣੀ ਨੂੰ ਅਧਿਕਾਰ ਨਹੀਂ ਹੈ, ਫਿਰ ਇਸ ਦੇ ਸਮਝਣ ਵਾਸਤੇ ਬੁੱਧੀ ਉੱਤਮ ਚਾਹੀਦੀ ਹੈ। ਪਰ ਗੁਰੂ ਜੀ ਦੀ ਬਾਣੀ ਸਭ ਛੋਟੇ ਊਚ ਨੀਚ ਨੂੰ ਪੜ੍ਹਨ ਦਾ ਅਧਿਕਾਰ ਹੈ ਅਤੇ ਸਧਾਰਨ ਪੜ੍ਹਨ ਸੁਣਨ ਨਾਲ ਸਮਝ ਵਿੱਚ ਆ ਜਾਂਦੀ ਹੈ। ਇਸ ਕਰਕੇ ਸਭ ਦੇ ਹਿੱਤ ਲਈ ਗੁਰੂ ਨਾਨਕ ਜੀ ਨੇ ਬਾਣੀ ਰਚੀ ਹੈ। ਗੁਰੂ ਜੀ ਦੇ ਇਹ ਬਚਨ ਸੁਣ ਕੇ ਸਾਰਿਆਂ ਦੇ ਸੰਸ਼ੇ ਨਿਵਰਤ ਹੋ ਗਏ ਅਤੇ ਪ੍ਰਸੰਨ ਚਿੱਤ ਘਰਾਂ ਨੂੰ ਪਧਾਰ ਗਏ। ਗੁਰੂ ਜੀ 3 ਦਿਨ ਵਿਸ਼ਰਾਮ ਕਰਕੇ ਅੱਗੇ ਜਮਨਾ ਦੀ ਘਾਟ ਤੇ ਚਲੇ ਗਏ। ਸਭ ਨੇ ਇਸ਼ਨਾਨ ਅਤੇ ਖਾਣ ਪੀਣ ਕਰਕੇ ਜਦ ਡੇਰਾ ਕਰ ਲਿਆ ਤਾਂ ਸਿੱਖਾਂ ਨੇ ਜਮਨਾ ਦਾ ਪ੍ਰਸੰਗ ਪੁੱਛਿਆ ਤਾਂ ਆਪ ਜੀ ਨੇ ਕਿਹਾ, ਇਹ ਜਮਨਾ ਵਿਸ਼ਵਕਰਮਾ ਦੀ ਦੋਤਰੀ, ਸੂਰਜ ਦੀ ਪੁੱਤਰੀ ਅਤੇ ਕ੍ਰਿਸ਼ਨ ਦੀ ਇਸਤਰੀ ਹੋਈ ਹੈ, ਇਸ ਕਰਕੇ ਇਹ ਪਵਿੱਤਰ ਮੰਨੀ ਗਈ ਹੈ। ਤੁਸੀਂ ਇਸ਼ਨਾਨ ਕਰੋ ਤੇ ਸਤਨਾਮ ਦਾ ਜਾਪ ਕਰੋ। ਇੱਥੋਂ ਜਦ ਜਮਨਾ ਪਾਰ ਹੋਣ ਲੱਗੇ ਤਾਂ ਅੱਗੇ ਮਸੂਲੀਏ ਬੈਠੇ ਸਨ। ਉਹਨਾਂ ਨੇ ਜਦ ਗੁਰੂ ਜੀ ਦੀ ਮਹਿਮਾ ਵੇਖੀ ਤਾਂ ਉਹ ਡਰ ਗਏ ਅਤੇ ਉਹਨਾਂ ਨੇ ਕਿਸੇ ਸਿੱਖ ਪਾਸੋਂ ਮਸੂਲ ਨਾ ਮੰਗਿਆ। ਉਪਰੰਤ ਉਸ ਦਿਨ ਸਾਰੇ ਹੀ ਇਸਤਰੀ ਪੁਰਸ਼ ਗੁਰੂ ਜੀ ਦਾ ਨਾਮ ਲੈ ਕੇ ਅਸੀਂ ਉਹਨਾਂ ਦੇ ਸਿੱਖ ਹਾਂ ਮੁਫਤ ਜਮਨਾ ਤੋਂ ਪਾਰ ਲੰਘ ਗਏ। ਮਸੂਲੀਏ ਆਪਣੀਆਂ ਸੰਦੂਕੜੀਆਂ ਖਾਲੀ ਵੇਖ ਕੇ ਬਹੁਤ ਹੈਰਾਨ ਹੋਏ ਕਿ ਅੱਜ ਸਾਡੇ ਨਾਲ ਕੀ ਵਰਤਾਰਾ ਵਰਤਿਆ ਹੈ। ਜਮਨਾ ਤੋਂ ਪਾਰ ਗੁਰੂ ਜੀ ਨਾਲ ਬਹੁਤ ਸੰਗਤ ਜੁੜ ਗਈ ਅਤੇ ਆਪ ਜੀ ਨੇ ਗੰਗਾ ਦੇ ਕਿਨਾਰੇ ਇੱਕ ਖੁੱਲ੍ਹੇ ਥਾਂ ਕਨਖਲ ਜਾ ਡੇਰਾ ਕੀਤਾ। ਇਸ਼ਨਾਨ ਦਾਨ ਉਪਰੰਤ ਆਪ ਜੀ ਦਾ ਦੀਵਾਨ ਸਜ ਗਿਆ ਅਤੇ ਲੰਗਰ ਅਤੁੱਟ ਵਰਤਣ ਲੱਗਾ। ਆਪ ਜੀ ਦੀ ਮਹਿਮਾ ਸੁਣ ਕੇ ਹਰਿਦੁਆਰ ਦੇ ਰਹਿਣ ਵਾਲੇ ਰਿਸ਼ੀ ਮੁਨੀ, ਮਹਾਤਮਾ, ਪੰਡਤ ਅਤੇ ਲੋਕ ਦਰਸ਼ਨ ਕਰਨ ਆਏ
ਅਨੇਕ ਪ੍ਰਕਾਰ ਦੇ ਪ੍ਰਸ਼ਨ ਉੱਤਰ ਸੁਣ ਕੇ ਪ੍ਰਸੰਨਤਾ ਪੂਰਵਕ ਗੁਰੂ ਜੀ ਦੀ ਮਹਿਮਾ ਕਰਦੇ ਹੋਏ ਆਪਣੇ ਡੇਰੇ ਅਸਥਾਨਾਂ ਨੂੰ ਚਲੇ ਗਏ। ਇਸ ਤਰ੍ਹਾਂ ਹੀ ਕੁਝ ਦਿਨ ਨਾਮਦਾਨ ਦੇ ਉਪਦੇਸ਼ ਦੁਆਰਾ ਬੇਅੰਤ ਸ਼ਰਧਾਲੂਆਂ ਨੂੰ ਨਿਹਾਲ ਕਰਕੇ ਗੁਰੂ ਜੀ ਵਾਪਸ ਗੋਇੰਦਵਾਲ ਨੂੰ ਚੱਲ ਪਏ। ਹਰਿਦੁਆਰ ਤੋਂ ਵਾਪਸ ਹੋ ਕੇ ਗੁਰੂ ਜੀ ਨੇ ਉਸ ਪਿੰਡ ਦੇ ਬਾਹਰ ਡੇਰਾ ਆਣ ਕੀਤਾ, ਜਿੱਥੇ ਇੱਕ ਪੰਡਤ ਨੇ ਆਪ ਜੀ ਦੇ ਪੈਰਾਂ ਵਿੱਚ ਪਦਮ ਦਾ ਚਿੰਨ੍ਹ ਵੇਖ ਕੇ ਕਿਹਾ ਸੀ ਕਿ ਆਪ ਚੱਕਰਵਰਤੀ ਰਾਜੇ ਹੋਵੋਗੇ। ਇਸ ਪੰਡਤ ਦਾ ਨਾਮ ਦੁਰਗਾ ਪ੍ਰਸਾਦ ਲਿਖਿਆ ਹੈ। ਜਦ ਇਸ ਪੰਡਤ ਨੂੰ ਪਤਾ ਲੱਗਾ ਕਿ ਗੁਰੂ ਜੀ ਬਾਹਰ ਆਣ ਠਹਿਰੇ ਹਨ, ਤਾਂ ਉਹ ਬੜੇ ਉਤਸ਼ਾਹ ਨਾਲ ਆਪ ਜੀ ਨੂੰ ਮਿਲਣ ਆਇਆ। ਪੰਡਤ ਨੇ ਪਹਿਲਾਂ ਨਮਸਕਾਰ ਕੀਤੀ ਅਤੇ ਫਿਰ ਬੜੇ ਧੀਰਜ ਨਾਲ ਬੇਨਤੀ ਕੀਤੀ ਕਿ ਮਹਾਰਾਜ ਜੀ, ਮੈਂ ਉਹੀ ਹਾਂ ਜਿਸ ਨੇ ਆਪ ਜੀ ਦੇ ਚਰਨ ਵਿੱਚ ਪਦਮ ਰੇਖਾ ਵੇਖ ਕੇ ਦੱਸਿਆ ਸੀ ਕਿ ਆਪ ਚੱਕਰਵਰਤੀ ਰਾਜੇ ਹੋਵੋਗੇ। ਸੋ ਹੁਣ ਉਹ ਸਮਾਂ ਆ ਗਿਆ ਹੈ, ਇਸ ਕਰਕੇ ਮੂੰਹ ਮੰਗਿਆ ਦਾਨ ਦਿਓ, ਜੋ ਤੁਸਾਂ ਤਦੋਂ ਇਕਰਾਰ ਕੀਤਾ ਸੀ ਕਿ ਜੇ ਤੇਰੀ ਗੱਲ ਸੱਚੀ ਹੋਈ ਤਾਂ ਤੈਨੂੰ ਮੂੰਹ ਮੰਗਿਆ ਦਾਨ ਦਿਆਂਗੇ। ਪੰਡਤ ਦੀ ਗੱਲ ਸੁਣ ਕੇ ਗੁਰੂ ਜੀ ਨੇ ਪ੍ਰਸੰਨ ਹੋ ਕੇ ਕਿਹਾ ਕਿ ਤੇਰੀ ਗੱਲ ਠੀਕ ਹੋਈ ਹੈ। ਸਾਡਾ ਹੁਕਮ ਚਹੁੰ-ਚੱਕਾ ਤੇ ਚੱਲਦਾ ਹੈ। ਸੋ ਹੁਣ ਜੋ ਤੇਰੀ ਇੱਛਾ ਹੈ ਮੰਗ ਲੈ, ਧਨ ਦੌਲਤ ਮੰਗ ਲੈ, ਭਾਵੇਂ ਪਰਲੋਕ ਦਾ ਸੁੱਖ ਮੰਗ ਲੈ, ਤੇਰਾ ਜਨਮ ਮਰਨ ਕੱਟਿਆ ਜਾਵੇਗਾ। ਗੁਰੂ ਜੀ ਦਾ ਬਚਨ ਸੁਣ ਕੇ ਪੰਡਤ ਨੇ ਸੋਚਿਆ, ਜੇ ਪਰਲੋਕ ਦਾ ਸੁੱਖ ਮੰਗਾਂ ਤਾਂ ਇੱਥੇ ਗਰੀਬੀ ਵਿੱਚ ਦਿਨ ਕੱਟ ਕੇ ਦੁਖੀ ਹੋਵਾਂਗਾ, ਅਤੇ ਜੇਕਰ ਇੱਥੋਂ ਦਾ ਸੁੱਖ ਧਨ ਦੌਲਤ ਤੇ ਧੀਆਂ ਪੁੱਤਰ ਮੰਗਾਂਗਾ ਤਾਂ ਲੋਕ ਪਰਲੋਕ ਵਿੱਚ ਜਾ ਕੇ ਜਮਾਂ ਦੇ ਦੁੱਖ ਤੇ ਨਰਕਾਂ ਦਾ ਵਾਸਾ ਮਿਲੇਗਾ। ਸੋ ਦੋਹਾਂ ਵਿੱਚੋਂ ਕਿਹੜਾ ਸੁੱਖ ਮੰਗ ਲਵਾਂ। ਇਸ ਤਰ੍ਹਾਂ ਆਖ ਕੇ ਪੰਡਤ ਨੇ ਦੋਹਾਂ ਲੋਕਾਂ ਦੇ ਸੁੱਖ ਦੀ ਇੱਛਾ ਕਰਕੇ ਗੁਰੂ ਜੀ ਨੂੰ ਮੱਥਾ ਟੇਕਿਆ ਅਤੇ ਕਿਹਾ, ਮਹਾਰਾਜ, ਦੋਹਾਂ ਲੋਕਾਂ ਦੇ ਸੁੱਖ ਦਾ ਦਾਨ ਬਖਸ਼ੋ, ਆਪ ਸਮਰੱਥ ਹੋ। ਉਸ ਦੀ ਮੁਕਤੀ ਜੁਗਤੀ ਉੱਤੇ ਪ੍ਰਸੰਨ ਹੋ ਕੇ ਗੁਰੂ ਜੀ ਨੇ ਹੱਸ ਕੇ ਕਿਹਾ, ਅੱਛਾ ਪੰਡਤ ਜੀ, ਤੁਹਾਨੂੰ ਦੋਹਾਂ ਲੋਕਾਂ ਦਾ ਸੁੱਖ ਪ੍ਰਾਪਤ ਹੋਵੇਗਾ। ਜਦ ਤੱਕ ਜਿਉਂਦੇ ਰਹੋਗੇ ਤੁਹਾਡੇ ਪਾਸ ਬਹੁਤ ਧਨ ਹੋਵੇਗਾ ਅਤੇ ਅੰਤ ਸਮੇਂ ਜਮਾਂ ਦਾ ਦੁੱਖ ਨਹੀਂ ਵੇਖੋਗੇ, ਬੈਕੁੰਠ ਵਿੱਚ ਜਾਓਗੇ। ਇਹ ਵਰਦਾਨ ਲੈ ਕੇ ਪੰਡਤ ਪ੍ਰਸੰਨਤਾ ਪੂਰਵਕ ਘਰ ਨੂੰ ਚਲਿਆ ਗਿਆ। ਉੱਥੇ ਇੱਕ ਰਾਤ ਵਿਸ਼ਰਾਮ ਕਰਕੇ ਦੂਸਰੇ ਦਿਨ ਗੁਰੂ ਜੀ ਗੋਇੰਦਵਾਲ ਨੂੰ ਚੱਲ ਪਏ ਅਤੇ ਸਤਲੁਜ ਤੇ ਬਿਆਸਾ ਲੰਘ ਕੇ ਗੋਇੰਦਵਾਲ ਪਹੁੰਚ ਗਏ ਅਤੇ ਆਪਣੀ ਨਿੱਤ ਦੀ ਮਰਿਆਦਾ ਅਨੁਸਾਰ ਲੰਗਰ, ਦੀਵਾਨ, ਉਪਦੇਸ਼ ਦੇ ਪ੍ਰਵਾਹ ਚਲਾ ਦਿੱਤੇ। ਬੋਲੀ ਦੀ ਕਾਰ ਹੁੰਦੀ ਜਦ ਪਾਣੀ ਤੱਕ ਪਹੁੰਚ ਗਈ ਤਾਂ ਉੱਥੇ ਰੋੜਾਂ ਦਾ ਕੜ ਆ ਗਿਆ, ਜੋ ਬਹੁਤ ਯਤਨ ਕਰਨ ਤੇ ਵੀ ਨਾ ਟੁੱਟਾ। ਜਦ ਇਸ ਗੱਲ ਦੀ ਖਬਰ ਗੁਰੂ ਜੀ ਨੂੰ ਹੋਈ ਤਾਂ ਆਪ ਜੀ ਨੇ ਇੱਕ ਮਾਣਕ ਚੰਦ ਪੱਥਰੀਆ ਖੱਤਰੀ ਨੂੰ ਆਗਿਆ ਕੀਤੀ ਕਿ ਵਰਦਾਨ ਲੈ ਕੇ ਰੋੜਾਂ ਦੇ ਕੜ ਨੂੰ ਤੋੜੋ। ਮਾਣਕ ਚੰਦ ਨੇ ਹੁਕਮ ਮੰਨ ਕੇ ਬੋਲੀ ਦੇ ਹੇਠਾਂ ਜਾ ਕੇ ਜ਼ੋਰ-ਜ਼ੋਰ ਦੇ ਹਥੌੜੇ ਮਾਰ ਕੇ ਕੜ ਨੂੰ ਤੋੜ ਦਿੱਤਾ। ਕੜ ਦੇ ਟੁੱਟਣ ਨਾਲ ਜਦ ਹੇਠੋਂ ਬਹੁਤ ਪਾਣੀ ਤਦ ਫੱਟ ਹੀ ਨਿਕਲ ਆਇਆ ਤਾਂ ਮਾਣਕ ਚੰਦ ਉਸ ਅਥਾਹ ਪਾਣੀ ਵਿੱਚ ਡੁੱਬ ਗਿਆ ਤੇ ਉਸਦੇ ਪ੍ਰਾਣ ਨਿਕਲ ਗਏ। ਸਤਿਗੁਰੂ ਜੀ ਨੇ ਇਸ ਵਾਰਤਾ ਨੂੰ ਸੁਣ ਕੇ ਕਿਹਾ ਕਿ ਉਹ ਮਾਣਕ ਹੈ ਤਾਂ ਉਹ ਮਰੇਗਾ ਨਹੀਂ, ਉਸਨੂੰ ਸਾਡੇ ਪਾਸ ਲੈ ਆਵੋ। ਸਿੱਖਾਂ ਨੇ ਮਾਣਕ ਨੂੰ ਬੌਲੀ ਵਿੱਚੋਂ ਕੱਢ ਕੇ ਗੁਰੂ ਜੀ ਪਾਸ ਲਿਆ ਰੱਖਿਆ। ਗੁਰੂ ਜੀ ਨੇ ਆਪਣਾ ਸੱਜਾ ਪੈਰ ਮਾਣਕ ਚੰਦ ਦੇ ਮੱਥੇ ਤੇ ਲਾ ਕੇ ਆਖਿਆ, ਉੱਠ ਮਾਣਕ, ਸਤਿਨਾਮ ਵਾਹਿਗੁਰੂ ਆਖ। ਤਦ ਮਾਣਕ ਚੰਦ ਉੱਠ ਕੇ ਇਸ ਤਰ੍ਹਾਂ ਬੈਠ ਗਿਆ ਜਿਵੇਂ ਕੋਈ ਸੁੱਤਾ ਹੋਇਆ ਉੱਠਦਾ ਹੈ। ਗੁਰੂ ਜੀ ਨੇ ਮਾਣਕ ਚੰਦ ਦੇ ਸਿਰ ਤੇ ਆਪਣਾ ਕਿਰਪਾਲੂ ਹੱਥ ਫੇਰ ਕੇ ਰਿੱਧਾਂ ਸਿੱਧਾਂ ਬਖਸ਼ ਦਿੱਤੀਆਂ ਅਤੇ ਉਸ ਦਿਨ ਤੋਂ ਉਸਦਾ ਨਾਂ ਜੀਵੜਾ ਰੱਖਿਆ। ਵੈਰੋਵਾਲ ਵਿੱਚ ਜਿਉੜ ਬਾਵੇ ਇਸ ਮਾਣਕ ਚੰਦ ਦੀ ਅੰਸ਼ ਵੰਸ਼ ਹਨ। ਗੋਇੰਦਵਾਲ ਵਿੱਚ ਤਪਾ ਰਹਿੰਦਾ ਸੀ, ਜੋ ਉੱਥੇ ਦੇ ਮਰਵਾਹੇ ਖੱਤਰੀਆਂ ਦਾ ਪ੍ਰੋਹਤ ਸੀ। ਉਹ ਗੁਰੂ ਅਮਰਦਾਸ ਜੀ ਨਾਲ ਬਹੁਤ ਈਰਖਾ ਦੇ ਕਾਰਨ ਆਪ ਦੀ ਨਿੰਦਿਆ ਕਰਦਾ ਰਹਿੰਦਾ ਸੀ। ਹੁਣ ਜਦ ਬੌਲੀ ਤਿਆਰ ਹੋ ਗਈ ਸੀ ਤਾਂ ਗੁਰੂ ਜੀ ਨੇ ਉਸਦੀ ਚੱਠ ਦੀ ਤਿਆਰੀ ਕਰਕੇ
ਸਭ ਅਧਿਕਾਰੀ ਬ੍ਰਾਹਮਣਾਂ, ਸੰਤਾਂ, ਮਹੰਤਾਂ ਤੇ ਗ੍ਰਹਿਸਤੀਆਂ ਨੂੰ ਭੋਜਨ ਛਕਣ ਵਾਸਤੇ ਸੱਦਾ ਭੇਜਿਆ। ਸਭ ਨੇ ਬੜੀ ਖੁਸ਼ੀ ਨਾਲ ਗੁਰੂ ਜੀ ਦੇ ਸੱਦੇ ਪ੍ਰਵਾਨ ਕਰ ਲਏ, ਪਰ ਇਸ ਤਪੇ ਨੇ 2-3 ਵਾਰ ਕਹਿਣ ਤੇ ਵੀ ਨਾ ਮੰਨਿਆ। ਤਦ ਉਸਦਾ ਪਖੰਡ ਪ੍ਰਗਟ ਕਰਨ ਵਾਸਤੇ ਗੁਰੂ ਜੀ ਨੇ ਕਿਹਾ, ਜਿਹੜਾ ਕੋਈ ਸਾਡੇ ਲੰਗਰ ਵਿੱਚੋਂ ਇਸ ਚੱਠ ਸਮੇਂ ਭੋਜਨ ਖਾਏਗਾ, ਉਸਨੂੰ 1 ਰੁਪਇਆ ਦਕਸ਼ਨਾ ਮਿਲੇਗੀ। ਤਪਾ ਫਿਰ ਵੀ ਨਾ ਆਇਆ। ਫਿਰ ਗੁਰੂ ਜੀ ਨੇ 5 ਰੁਪਏ ਤੇ ਫਿਰ 10 ਰੁਪਏ ਦਕਸ਼ਨਾ ਦੇਣੀ ਆਖੀ। ਫਿਰ ਵੀ ਤਪਾ ਨਾ ਮੰਨਿਆ ਤਾਂ ਗੁਰੂ ਜੀ ਨੇ ਦਕਸ਼ਨਾ ਦੀ 1 ਮੁਹਰ ਆਖ ਦਿੱਤੀ। 1 ਮੁਹਰ ਸੁਣ ਕੇ ਤਪੇ ਨੇ ਲਾਲਚ ਵਿੱਚ ਆ ਕੇ ਆਪਣੇ ਪੁੱਤਰ ਨੂੰ ਕੰਧ ਟਪਾ ਕੇ ਲੰਗਰ ਦੀ ਪੰਗਤ ਵਿੱਚ ਬਿਠਾ ਦਿੱਤਾ। ਇਸ ਦੀ ਇਹ ਚਾਲ ਵੇਖ ਕੇ ਲੋਕ ਹੱਸਣ ਲੱਗੇ ਕਿ ਲੋਭ ਵਿੱਚ ਆਣ ਕੇ ਤਪੇ ਨੇ ਇਹ ਸ਼ਰਮਿੰਦਗੀ ਉਠਾਈ ਹੈ। ਸਵਾਰਥਾਂ ਨੂੰ ਵੇਖ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਕਿਹਾ ਕਿ ਤਪਾ ਅੰਦਰੋਂ ਲੋਭੀ ਹੈ, ਪਰ ਫਿਰ ਵੀ ਉਹਨਾਂ ਨੇ ਲੜਕੇ ਨੂੰ ਪੰਗਤ ਵਿੱਚ ਬਿਠਾ ਕੇ ਭੋਜਨ ਛਕਾਇਆ ਤੇ ਦਕਸ਼ਨਾ ਦੀ ਮੁਹਰ ਦਿੱਤੀ। ਲੋਕਾਂ ਨੇ ਤਪੇ ਨੂੰ ਬਹੁਤ ਲਾਹਨਤਾਂ ਪਾਈਆਂ।